ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਮੈਂ ਤਾਣ ਦੀ ਬਾਣ ਤੂੰ ਹੈ ਮੇਰਾ ਸੁਆਮੀ। ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸੇ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਜੋਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੀ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਜੀ ਵਡਭਾਗੀ ਹਾਂ ਬਾਬੇ ਸ਼ਹੀਦਾਂ ਸਿੰਘਾਂ ਜੀ ਦੇ ਪਾਵਨ ਅਸਥਾਨ ਦੇ ਉੱਪਰ ਸਾਧ ਸੰਗਤ ਦਾ ਰੂਪ ਹੋ ਕਰਕੇ ਇਕੱਤਰ ਹੋਏ ਹਾਂ। ਪਰਸੋਂ ਕੇ ਰੋਜ਼ ਤੋਂ ਗੁਰਮੁਖ ਪਰਿਵਾਰਾਂ ਨੇ ਪਾਵਨ ਅਸਥਾਨ ਦੇ ਉੱਪਰ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਅੱਜ ਨਿਰਵਿਘਨਤਾ ਸਹਿਤ ਭੋਗ ਪਏ ਹਨ। ਭੋਗਾਂ ਦੇ ਵਿੱਚ ਆਪ ਜੀਆਂ ਨੇ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਪਾਠੀ ਸਿੰਘਾਂ ਜੀ ਦੀ ਪਾਵਨ ਰਸਨਾ ਤੋਂ ਸਰਵਣ ਕੀਤੇ ਹਨ। ਉਹਨਾਂ ਤੋਂ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘ ਭਾਈ ਬਚਿੱਤਰ ਸਿੰਘ ਜੀ ਹੋਣਾ ਪਾਸੋਂ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਜੀ ਦੇ ਮਹਾਵਾਕਾਂ ਅਨੁਸਾਰ ਅੰਮ੍ਰਿਤ ਅਮੋਲਕ ਕੀਰਤਨ ਸਰਵਣ ਕੀਤਾ ਹੈ। ਸੋ ਮਹਾਰਾਜ ਜੀ ਨੇ ਜੋ ਇਲਾਹੀ ਫੁਰਮਾਨ ਬਖਸ਼ੇ ਹਨ, ਸ਼੍ਰੀ ਮੁਖਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਜੋ ਹੁਕਮਨਾਮੇ ਸਾਹਿਬ ਬਖਸ਼ੇ ਹਨ, ਉਹਨਾਂ ਵਿੱਚੋਂ ਇੱਕ ਹੁਕਮਨਾਮੇ ਸਾਹਿਬ ਜੀ ਦੀ ਕਥਾ ਵਿਚਾਰ ਹੋਵੇਗੀ। ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਜੀ ਦੇ ਮਹਾਵਾਕਾਂ ਅਨੁਸਾਰ ਕਥਾ ਵਿਚਾਰ ਹੋਵੇਗੀ। ਸੋ ਆਓ
ਮਨ ਬਿਰਤਿਆਂ ਨੂੰ ਇਕਾਗਰ ਕਰੀਏ ਤੇ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਗੁਰ ਸੰਗਤ ਜੀ, ਸ਼ਹੀਦਾਂ ਦੇ ਸਰਤਾਜ ਧਨਾਸਰੀ ਮਹੱਲਾ ਪੰਜਵਾ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਵਾਲੀਏ ਕੁਲ ਆਲਮ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਧਨਾਸਰੀ ਰਾਗ ਦੇ ਵਿੱਚ ਇਸ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 682 ਅੰਗ ਜੀ ਦੇ ਉੱਪਰ ਇਹ ਹੁਕਮਨਾਮੇ ਸਾਹਿਬ ਸੁਸ਼ੋਭਿਤ ਹਨ। ਮਹਾਰਾਜ ਕਹਿੰਦੇ ਸਿੱਖਾਂ ਨੂੰ ਸਿੱਖੋ, ਉਸ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰਿਆ ਕਰੋ, ਉਹਦਾ ਧਿਆਨ ਧਰਿਆ ਕਰੋ, ਉਹਦਾ ਸ਼ੁਕਰਾਨਾ ਕਰਿਆ ਕਰੋ। ਸਿੱਖ ਕਹਿੰਦੇ ਮਹਾਰਾਜ ਸ਼ੁਕਰਾਨਾ ਕਰਾਂਗੇ ਤੇ ਕੀ ਫਾਇਦਾ ਹੋਵੇਗਾ, ਕੀ ਮਿਲੇਗਾ? ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਕਹਿੰਦੇ ਉਹ ਆਪਣੇ ਸੇਵਕਾਂ ਨੂੰ, ਨਾਮ ਜਪਣ ਵਾਲਿਆਂ ਨੂੰ ਕਦੇ ਔਖੀ ਘੜੀ ਨਹੀਂ ਵੇਖਣ ਦਿੰਦਾ। ਇੱਥੇ ਗੁਰ ਸੰਗਤ ਜੀ ਟਕਸਾਲ ਦੇ ਵਿੱਚ ਨਾ ਬਿੰਦੀ ਤੋਂ ਰਹਿਤ ਪਾਠ ਕਰਾਏ ਜਾਂਦੇ ਆ। ਬਿੰਦੀਆਂ ਨਹੀਂ ਲਵਾਈਆਂ ਜਾਂਦੀਆਂ ਬਹੁਤੀਆਂ। ਹਾਂ, ਜਿੱਥੇ ਲੋੜ ਹੋਵੇ, ਅਰਥ ਬਦਲਦਾ ਦਿਸਦਾ ਹੋਵੇ, ਉੱਥੇ ਬਿੰਦੀ ਲਵਾਈ ਜਾਂਦੀ ਆ, ਨਹੀਂ ਤੇ ਹੋਰ ਕਿਤੇ ਵੀ ਬਿੰਦੀ ਨਹੀਂ ਲਵਾਈ ਜਾਂਦੀ। ਤੇ ਸਾਡੇ ਕਈ ਵੀਰ ਕਹਿੰਦੇ ਆ ਵੀ ਇਹ ਟਕਸਾਲੀ ਜਿਹੜੇ ਆ ਐਵੇਂ ਬਿੰਦੀਆਂ ਜਿਹੜੀਆਂ ਹਟਾਈ ਜਾਂਦੇ ਨੇ, ਇਹ ਆਪਦੀ ਮਰਿਆਦਾ ਤੋੜ ਕੇ ਬੈਠ ਜਾਂਦੇ ਆ। ਤੇ ਇੱਥੇ ਵੇਖ ਲਓ ਵੀ ਜੇ ਬਿੰਦੀ ਲਾਵਾਂਗੇ ਤੇ ਫਿਰ ਅਰਥ ਜਿਹੜਾ ਇਹ ਹੋਰ ਹੋ ਜਾਵੇਗਾ। ਔਖੀ ਘੜੀ ਨਾ ਦੇਖਣ ਦੇਈ, ਵੀ ਮਹਾਰਾਜ ਔਖੀ ਘੜੀ ਨਾ ਸਾਨੂੰ ਵੇਖਣ ਦੇਈ। ਇੱਕ ਪੰਕਤੀ ਦੇ ਅਰਥ ਕਰ ਲਾਂਗੇ ਤੇ ਬਾਕੀਆਂ ਦੇ ਫਿਰ ਕਿੱਦਾਂ ਕਰਾਂਗੇ ਅਰਥ ਬਈ? ਇਸ ਕਰਕੇ ਟਕਸਾਲ ਦੇ ਵਿੱਚ ਜਿਹੜੀ ਸੰਥਿਆ ਕਰਵਾਈ ਜਾਂਦੀ ਹੈ ਨਾ ਬਿੰਦੀ ਤੋਂ ਰਹਿਤ, ਉਹ ਰੂਬਰੂ ਉਹੀ ਸੰਥਿਆ ਕਰਵਾਈ ਜਾਂਦੀ ਆ ਜਿਹੜੀ ਸੰਥਿਆ ਕਲਗੀਧਰ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਗੁਰੂ ਕੀ ਕਾਂਛੀ ਜਿਹੜਾ ਸੀ ਦਮਦਮਾ ਸਾਹਿਬ ਵਿਖੇ 48 ਸਿੰਘਾਂ ਨੂੰ ਸੰਥਿਆ ਕਰਵਾਈ ਸੀ। ਉਹੀ ਸੰਥਿਆ ਰੂਬਰੂ ਟਕਸਾਲ ਦੇ ਵਿੱਚ ਅੱਜ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ, ਇੱਥੋਂ ਦੇ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਜੀ ਹੁਣਾਂ ਵੱਲੋਂ ਉਹ ਰੂਬਰੂ ਸੇਵਾ ਉਸੇ ਤਰੀਕੇ ਦੇ ਨਾਲ ਜਿਹੜੀ ਆ ਨਿਭਾਈ ਜਾ ਰਹੀ ਆ। ਅੱਜ ਵੀ ਵਿਦਿਆਰਥੀ ਉਸੇ ਤਰੀਕੇ ਦੇ ਨਾਲ ਸੰਥਿਆ ਜਿਹੜੀ ਆ ਉਹ ਪ੍ਰਾਪਤ ਕਰ ਰਹੇ ਨੇ। ਤੇ ਜੇ ਇੱਥੇ ਬਿੰਦੀ ਲਾਈਏ ਔਖੀ ਘੜੀ ਨਾ ਦੇਖਣ ਦੇਈ, ਤੇ ਇਹ ਅਰਥ ਜਿਹੜਾ ਬਦਲ ਜਾਵੇਗਾ ਵੀ ਮਹਾਰਾਜ ਔਖੀ ਘੜੀ ਨਾ ਸਾਨੂੰ ਵੇਖਣ ਦੇਈ। ਤੇ ਅਰਥ ਜਿਹੜੇ ਨੇ ਉਹ ਹੋਰ ਨਿਕਲ ਰਹੇ ਨੇ ਵੀ ਕਲਗੀਧਰ ਪਾਤਸ਼ਾਹ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾ ਰਹੇ ਨੇ ਵੀ ਉਸ ਪਰਮੇਸ਼ਰ ਨੂੰ ਯਾਦ ਕਰਿਆ ਕਰੋ, ਉਹਦਾ ਸ਼ੁਕਰਾਨਾ ਕਰਿਆ ਕਰੋ। ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਫਾਇਦਾ ਹੋਵੇਗਾ? ਕੋਈ ਚੀਜ਼ ਲੈਣ ਜਾਂਦੇ ਕਈ ਪ੍ਰਕਾਰ ਦੇ ਪ੍ਰਸ਼ਨ ਕਰਦੇ ਆ, ਚੀਜ਼ ਕਦੋਂ ਤੱਕ ਚੱਲੇਗੀ, ਕੀ ਇਹਦਾ ਫਾਇਦਾ ਏ? ਇਸੇ ਤਰ੍ਹਾਂ ਬੇਨਤੀ ਕਰਦੇ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਔਖੀ ਘੜੀ ਨਾ ਦੇਖਣ ਦੇਈ। ਕਹਿੰਦੇ ਉਹ ਐਡਾ ਕਿਰਪਾਲੂ ਆ, ਐਡਾ ਦਿਆਲੂ ਆ, ਨਾਮ ਜਪਣ ਵਾਲੇ ਨੂੰ ਕਦੇ ਔਖੀ ਘੜੀ ਨਹੀਂ ਉਹ ਵੇਖਣ ਦਿੰਦਾ। ਨਾਮ ਜਪਣ ਵਾਲੇ ਤੇ ਕਦੇ ਔਖੀ ਘੜੀ ਨਹੀਂ ਆਉਂਦੀ। ਆਪਣਾ ਬਿਰਦ ਸੰਭਾਲੇ, ਕਹਿੰਦੇ ਉਹ ਆਪਣਾ ਮੁੱਢ ਕਦੀਮਾ ਦਾ ਸੁਭਾਅ ਸ਼ੁਰੂ ਤੋਂ ਹੀ ਸੰਭਾਲਦਾ ਆਇਆ ਏ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆ। ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਮਹਾਰਾਜ ਕਹਿੰਦੇ ਏਦਾਂ ਦੇ ਪਰਮੇਸ਼ਰ ਨੂੰ ਯਾਦ ਕਰਿਆ ਕਰ ਜਿਹਨੇ ਅਖੀਰ ਵੇਲੇ ਵੀ ਕਹਿੰਦੇ ਤੈਨੂੰ ਛਡਾ ਲੈਣਾ ਜਮਾਂ ਦੀ ਫਾਹੀ ਤੋਂ ਵੀ। ਜਮ ਜਦੋਂ ਲੈਣ ਆਉਣਗੇ ਨਾ ਉਦੋਂ ਵੀ ਤੈਨੂੰ ਛਡਾਵੇਗਾ ਪਰਮੇਸ਼ਰ, ਸਾਰੀ ਉਮਰ ਤੇਰੀ ਰੱਖਿਆ ਕਰੇਗਾ। ਅਖੀਰ ਤੇ ਵੀ ਕਹਿੰਦੇ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇਗਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ।
ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਕਹਿੰਦੇ ਜਮ ਜਿਹੜਾ ਹੈ ਨਾ ਸ਼ਰਮਸਾਰ ਹੋ ਕੇ ਭੱਜ ਜਾਂਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਲੈਂਦਾ ਉਹਦੇ ਕੋਲੋਂ। ਏਦਾਂ ਹੀ ਮਹਾਰਾਜ ਕਹਿੰਦੇ ਘੋਰ ਦੁਖੀਅੰ ਅਨੇਕ ਹਤਿਅੰ ਜਨਮ ਤਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਮਹਾਰਾਜ ਕਹਿੰਦੇ ਅਨੇਕਾਂ ਹੀ ਪਾਪ ਕੀਤੇ ਹੋਣ, ਅਨੇਕਾਂ ਹੀ ਹੱਤਿਆ ਕੀਤੀਆਂ ਹੋਣ ਕਿਸੇ ਮਨੁੱਖ ਨੇ, ਜਨਮ ਤੋਂ ਹੀ ਦਲਿੱਦਰਤਾ ਮਾਰਿਆ ਹੋਵੇ, ਕਦੇ ਨਾਮ ਨਾ ਜਪਿਆ ਹੋਵੇ। ਸਾਹਿਬ ਆਖਣ ਲੱਗੇ ਜੇ ਪਿਛਲੀ ਉਮਰੇ ਵੀ ਆ ਕੇ ਨਾਮ ਜਪ ਲਿਆ ਨਾ ਤੇ ਪਰਮੇਸ਼ਰ ਦਾ ਇੱਕ ਨਾਮ ਉਹਦੇ ਸਾਰੇ ਪਾਪਾਂ ਨੂੰ ਇਵੇਂ ਸਾੜ ਦੇਵੇਗਾ ਜਿੱਦਾਂ ਕਹਿੰਦੇ ਪਾਵਕ ਜਿਹੜੀ ਆ ਨਾ, ਜਿਹੜੀ ਅੱਗ ਜਿਹੜੀ ਹੈ ਨਾ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਆ ਨਾ, ਹਜ਼ਾਰਾਂ ਮਨ ਲੱਕੜਾਂ ਪਈਆਂ ਹੋਣ ਤੇ ਇੱਕ ਚੰਗਿਆੜੀ ਦੀ ਕੇਵਲ ਉੱਥੇ ਲੋੜ ਹੁੰਦੀ ਹੈ। ਇੱਕ ਚੰਗਿਆੜੀ ਜਿਹੜੀ ਹਜ਼ਾਰਾਂ ਮਨ ਲੱਕੜਾਂ ਨੂੰ ਸਾੜਨ ਦੀ ਸਮਰੱਥਾ ਰੱਖਦੀ ਆ। ਏਦਾਂ ਕੇਵਲ ਇੱਕ ਨਾਮ ਹੀ ਕਹਿੰਦੇ ਤੇਰੇ ਹਜ਼ਾਰਾਂ ਜਿੰਨੇ ਵੀ ਤੇਰੇ ਜਨਮਾਂ ਜਨਮਾਤਰਾਂ ਦੇ ਪਾਪ ਆ ਨਾ ਉਹਨਾਂ ਸਾਰੇ ਪਾਪਾਂ ਨੂੰ ਕੱਟ ਦੇਵੇਗਾ ਨਾਮ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਉਹਨੂੰ ਯਾਦ ਕਰਦਾ ਹੈ ਨਾ ਆਪਣਾ ਬਿਰਦ ਸੰਭਾਲੇ, ਉਹ ਸਦਾ ਹੀ ਆਪਣਾ ਮੁੱਢ ਕਦੀਮਾ ਦੇ ਸੰਭਾਲ ਜਿਹੜਾ ਸੁਭਾਅ ਇਹਨੂੰ ਸੰਭਾਲ ਕੇ ਰੱਖਦਾ ਭਾਈ। ਕਦੇ ਔਖੀ ਘੜੀ ਨਹੀਂ ਆਉਣ ਦਿੰਦਾ ਆਪਣੇ ਨਾਮ ਜਪਣ ਵਾਲਿਆਂ ਤੇ। ਭਗਤ ਪ੍ਰਹਿਲਾਦ ਜੀ ਦੀ ਉਮਰ ਕਿੰਨੀ ਕੁ ਆ? ਛੋਟੀ ਜਿਹੀ ਉਮਰ ਆ ਤੇ ਹਰਨਾਕਸ਼ ਕਹਿੰਦਾ ਸੀ ਵੀ ਮੇਰਾ ਨਾਮ ਜਪ, ਕਿਉਂਕਿ ਹਰਨਾਕਸ਼ ਨੇ ਉਹ ਆਪਣੀ ਪ੍ਰਜਾ ਨੂੰ ਇਹ ਡਰ ਇਹ ਭੈ ਦਿੱਤਾ ਹੋਇਆ ਸੀ ਵੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਇਹਾ ਹਰਨਾਕਸ਼ ਉਹਾ ਹਰਨਾਕਸ਼, ਵੀ ਇੱਥੇ ਵੀ ਹਰਨਾਕਸ਼ ਦਾ ਹੀ ਜ਼ੋਰ ਆ ਪਰਲੋਕ ਵਿੱਚ ਵੀ ਹਰਨਾਕਸ਼ ਦਾ ਹੀ ਜ਼ੋਰ ਆ। ਕਿਉਂਕਿ ਵਾਰ ਮੰਗ ਲਏ ਸੀ ਨਾ, ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, 8 ਵਾਰ ਇਹਨੇ ਮੰਗੇ ਹੋਏ ਸੀ। ਤੇ ਹੁਣ ਇਹਨੇ ਸੋਚਿਆ ਵੀ ਮੈਨੂੰ ਕਿਹੜੀ ਮੌਤ ਆਉਣੀ, ਮੈਂ ਆਪ ਹੀ ਖੁਦ ਖੁਦਾ ਬਣ ਗਿਆ, ਰੱਬ ਬਣ ਗਿਆ ਤੇ ਪ੍ਰਜਾ ਨੂੰ ਡਰਾਉਣ ਲੱਗ ਪਿਆ ਸੀ। ਤੇ ਇਹਦੇ ਐਸਾ ਕੌਤਕ ਪਰਮੇਸ਼ਰ ਨੇ ਰਚਿਆ, ਇਹਦੇ ਹੀ ਘਰ ਦੇ ਵਿੱਚ ਆਪਣਾ ਭਗਤ ਜਿਹੜਾ ਸੀ ਉਹ ਪ੍ਰਗਟ ਕੀਤਾ। ਤੇ ਭਗਤ ਪ੍ਰਹਿਲਾਦ ਜੀ ਜਿਹੜੇ ਨੇ ਉਹ ਜਦੋਂ ਪਾਂਧੇ ਕੋਲ ਪੜਨ ਗਏ ਤੇ ਪਾਂਧਾ ਕਹਿੰਦਾ ਵੀ ਬੋਲ ਜਲੇ ਹਰਨਾਕਸ਼ ਥਲੇ ਹਰਨਾਕਸ਼। ਤੇ ਭਗਤ ਜੀ ਕਹਿੰਦੇ ਵੀ ਨਾ ਭਾਈ ਮੈਂ ਤਾਂ ਨਹੀਂ ਬੋਲਣਾ। ਕਹਿੰਦਾ ਡਰ ਨਹੀਂ ਆਉਂਦਾ ਤੈਨੂੰ ਆਪਣੇ ਪਿਤਾ ਤੋਂ? ਕਹਿੰਦੇ ਡਰ ਕਾਹਦਾ ਭਾਈ, ਹਾਲਾਂਕਿ ਜਪਣਾ ਇਹ ਚਾਹੀਦਾ ਵਾ। ਭਗਤ ਜੀ ਕਹਿੰਦੇ ਜਲੇ ਹਰੀ ਥਲੇ ਹਰੀ ਇਹਾ ਹਰੀ ਉਹਾ ਹਰੀ, ਵੀ ਹਰ ਇੱਕ ਜਗ੍ਹਾ ਤੇ ਹਰੀ ਬੈਠਾ ਹੋਇਆ, ਪਰਮੇਸ਼ਰ ਬੈਠਾ ਹੋਇਆ ਆ। ਤੇ ਬਥੇਰਾ ਜ਼ੋਰ ਲਾਇਆ ਪਹਿਲਾਂ ਇਹਨਾਂ ਨੇ ਪਾਂਧਿਆਂ ਨੇ, ਪਰ ਨਹੀਂ ਹਟੇ। ਭਗਤ ਪ੍ਰਹਿਲਾਦ ਜੀ ਨਾਮ ਜਪਦੇ ਰਹੇ। ਅਖੀਰ ਆ ਕਰਕੇ ਹਰਨਾਕਸ਼ ਨੂੰ ਦੱਸ ਦਿੱਤਾ ਵੀ ਜਿਹੜਾ ਤੇਰਾ ਪੁੱਤਰ ਆ ਉਹੋ ਹੀ ਨਹੀਂ ਰੱਬ ਦਾ ਨਾਮ ਲੈਣੋਂ ਹਟਦਾ, ਦੂਜਿਆਂ ਨੇ ਕੀ ਹਟਣਾ। ਜਿੱਦਣ ਦਾ ਤੇਰਾ ਪੁੱਤਰ ਪੜ੍ਹਨ ਵਾਸਤੇ ਆਉਣ ਲੱਗਾ ਸਾਡੇ ਕੋਲ ਧਰਮਸ਼ਾਲਾ ਵਿੱਚ, ਉਸ ਦਿਨ ਦੇ ਜਿੰਨੇ ਵੀ ਨਾਲ ਦੇ ਚਾਟੜੇ ਆ ਉਹ ਸਾਰੇ ਇਹਨੇ ਵਿਗਾੜ ਦਿੱਤੇ। ਜਿੰਨੇ ਵਿਦਿਆਰਥੀ ਆ ਉਹ ਸਾਰੇ ਹੀ ਕਹਿੰਦੇ ਨਾਮ ਜਪਣ ਲੱਗ ਪਏ ਹੁਣ। ਏਦਾਂ ਪਹਿਲਾਂ ਦੇ ਸਮਝਾਇਆ ਭਗਤ ਪ੍ਰਹਿਲਾਦ ਜੀ ਨੂੰ, ਕਹਿੰਦੇ ਨੇ ਹਰਨਾਕਸ਼ ਨੇ ਸਮਝਾਇਆ ਤੇ ਭਗਤ ਜੀ ਕਹਿੰਦੇ ਨਾ ਭਾਈ ਉਹਦਾ ਪਰਮੇਸ਼ਰ ਦਾ ਨਾਮ ਨਹੀਂ ਛੱਡਣਾ। ਫਿਰ ਕੀ ਕੀਤਾ ਹਰਨਾਕਸ਼ ਨੇ ਆਪਣੇ ਜਿਹੜੇ ਵਜ਼ੀਰ ਸੀ ਉਹਨਾਂ ਨੂੰ ਕਿਹਾ, ਅਹਿਲਕਾਰਾਂ ਨੂੰ ਕਿਹਾ ਵੀ ਜਿਹੜਾ ਮੇਰਾ ਪੁੱਤਰ ਆ ਇਹਨੂੰ ਚੰਗੀ ਉੱਚੀ ਚੋਟੀ ਤੇ ਲੈ ਜਾਓ, ਪਹਾੜਾਂ ਦੀ ਉੱਚੀ ਚੋਟੀ ਤੇ ਲਿਜਾ ਕਰਕੇ ਤੇ ਉੱਤੋਂ ਸੁੱਟ ਦਿਓ, ਆਪੇ ਥੱਲੇ ਜਿੰਨੇ ਜਿਹਨੂੰ ਆ ਕੇ ਡਿੱਗੇਗਾ ਆਪੇ ਇਹਦੀ ਮੌਤ ਹੋ ਜਾਵੇਗੀ। ਤੇ ਉੱਤੋਂ ਜਦੋਂ ਧੱਕਾ ਦਿੱਤਾ ਏ ਤੇ ਕਹਿੰਦੇ ਭਗਤ ਪ੍ਰਹਿਲਾਦ ਜੀ ਏਦਾਂ ਧਰਤੀ ਤੇ ਆ ਕੇ ਡਿੱਗੇ ਆ ਜਿਵੇਂ ਕਹਿੰਦੇ ਰੂੰ ਦੇ ਉੱਪਰ ਕੋਈ ਚੀਜ਼ ਡਿੱਗਦੀ ਹੁੰਦੀ ਆ। ਉਹ ਅਜੇ ਸੇਵਾਦਾਰ ਅਹਿਲਕਾਰ ਜਿਹੜੇ ਸੀ ਘਰੇ ਪਹੁੰਚੇ ਨਹੀਂ ਤੇ ਭਗਤ ਪ੍ਰਹਿਲਾਦ ਜੀ ਪਹਿਲੇ ਘਰੇ ਆ ਗਏ, ਉਦੋਂ ਰੱਖਿਆ ਕੀਤੀ ਆ। ਉਸ ਤੋਂ ਬਾਅਦ ਹਰਨਾਕਸ਼ ਨੇ ਸੋਚਿਆ ਵੀ ਇਹਨਾਂ ਨੂੰ ਪਾਣੀ ਵਿੱਚ ਡੋਬ ਕੇ ਜਿਹੜਾ ਉਹ ਮਾਰ ਦਿੱਤਾ ਜਾਵੇ। ਪਾਣੀ ਵਿੱਚ ਸੁੱਟ ਦਿੱਤਾ। ਉਹ ਪਾਣੀ ਦੀ ਐਸੀ ਛੱਲ ਵੱਜੀ, ਉਸ ਛੱਲ ਦੇ ਜ਼ੋਰ ਨਾਲ ਭਗਤ ਜੀ ਨੂੰ ਉਹ ਛੱਲ ਨੇ ਜ਼ੋਰ ਐਸਾ ਲਾਇਆ ਵੀ ਬਾਹਰ ਕਿਨਾਰੇ ਤੇ ਜਾ ਕੇ ਸੁੱਟ ਦਿੱਤਾ। ਪਾਣੀ ਵਿੱਚੋਂ ਵੀ ਬਚ ਗਿਆ। ਤੀਜੀ ਵਾਰ ਹਰਨਾਕਸ਼ ਨੇ ਸੋਚਿਆ ਆ ਵੀ ਮੈਂ ਆਪਣੇ ਪੁੱਤਰ ਨੂੰ ਕਮਰੇ 'ਚ ਬੰਦ ਕਰਕੇ ਤੇ ਕਮਰੇ ਸੱਪ ਛੱਡ ਦਿੰਦਾ ਆ, ਆਪੇ ਸੱਪ ਲੜ ਜਾਣਗੇ ਤੇ ਮੌਤ ਹੋ ਜਾਵੇਗੀ ਇਹਨਾਂ ਦੀ।
ਸੱਪ ਵੀ ਛੱਡੇ ਤੀਜੀ ਵਾਰ। ਤੇ ਜਦੋਂ ਕੁਝ ਸਮੇਂ ਬਾਅਦ ਉਹ ਦਰਵਾਜ਼ਾ ਖੋਲਿਆ ਤੇ ਕੀ ਤੱਕਦਾ ਹਰਨਾਕਸ਼ ਵੀ ਉਹ ਜਿਹੜੇ ਸੱਪ ਨੇ, ਜ਼ਹਿਰੀਲੇ ਸੱਪ, ਉਹ ਭਗਤ ਪ੍ਰਹਿਲਾਦ ਜੀ ਨਾਲ ਖੇਡ ਰਹੇ ਨੇ। ਤੀਜੀ ਵਾਰ ਵੀ ਬੜਾ ਸ਼ਰਮਿੰਦਾ ਹੋਇਆ। ਚੌਥਾ ਹੱਲਾ ਫਿਰ ਇਹਨੇ ਇਹ ਕੀਤਾ ਵੀ ਇਹਦੀ ਇੱਕ ਭੈਣ ਸੀ ਜਿਹਦਾ ਨਾਮ ਆਉਂਦਾ ਹੈ ਹੋਲਿਕਾ। ਇਹਦੀ ਭੈਣ ਨੇ ਭਗਤੀ ਕੀਤੀ ਹੋਈ ਸੀ ਤੇ ਵਰ ਮੰਗਿਆ ਹੋਇਆ ਸੀ ਵੀ ਮੈਂ ਅੱਗ ਦੇ ਵਿੱਚ ਸੜਾ ਨਾ। ਤੇ ਵਰ ਦੇ ਵਜੋਂ, ਬਖਸ਼ਿਸ਼ ਦੇ ਵਜੋਂ ਉਹਨੂੰ ਇੱਕ ਚਾਦਰ ਮਿਲੀ ਹੋਈ ਸੀ। ਉਹ ਚਾਦਰ ਦੀ ਬੁੱਕਲ ਮਾਰ ਕੇ ਜੇ ਅੱਗ ਵਿੱਚ ਬੈਠ ਜਾਂਦੀ ਸੀ ਤੇ ਅੱਗ ਸਾੜ ਨਹੀਂ ਸੀ ਸਕਦੀ ਉਹਨੂੰ। ਏਦਾਂ ਹੀ ਆਪਣੀ ਭੈਣ ਨੂੰ ਕਹਿੰਦਾ ਹੈ ਹਰਨਾਕਸ਼ ਵੀ ਜਿਹੜਾ ਮੇਰਾ ਪੁੱਤਰ ਆ ਇਹਨੂੰ ਗੋਦ ਵਿੱਚ ਲੈ ਕੇ ਤੇ ਅੱਗ ਦੇ ਵਿੱਚ ਬੈਠ ਜਾ, ਤੈਨੂੰ ਤੇ ਅੱਗ ਸਾੜ ਨਹੀਂ ਸਕਦੀ ਕਿਉਂਕਿ ਤੇਰੇ ਕੋਲ ਜਿਹੜਾ ਇਹ ਉਹ ਚਾਦਰ ਹੋਵੇਗੀ। ਤੇ ਜਿਹੜਾ ਮੇਰਾ ਪੁੱਤਰ ਆ ਉਹ ਅੱਗ ਦੇ ਨਾਲ ਜਿਹੜਾ ਇਹ ਰਾਖ ਹੋ ਜਾਵੇਗਾ, ਸਵਾਹ ਬਣ ਜਾਵੇਗਾ। ਤੇ ਇਹਦੀ ਜਿਹੜੀ ਭੈਣ ਸੀ ਨਾ ਹੋਲਿਕਾ ਗੁਰਸੰਗਤ ਜੀ, ਉਹ ਅੱਗ ਵਿੱਚ ਲੈ ਕੇ ਬੈਠ ਗਈ ਆਪਣੇ ਭਤੀਜੇ ਨੂੰ, ਭਗਤ ਪ੍ਰਹਿਲਾਦ ਜੀ ਨੂੰ। ਉਹ ਐਸਾ ਤੇਜ਼ ਹਵਾ ਦਾ ਬੁੱਲਾ ਆਇਆ, ਉਹ ਜਿਹੜੀ ਚਾਦਰ ਸੀ ਉੱਡ ਕੇ ਤੇ ਭਗਤ ਪ੍ਰਹਿਲਾਦ ਜੀ ਦੇ ਉੱਪਰ ਪੈ ਗਈ ਤੇ ਜਿਹੜੀ ਹੋਲਿਕਾ ਸੀ ਉਹ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਈ। ਉਦੋਂ ਵੀ ਵੇਖਿਆ ਵੀ ਮੇਰੀ ਭੈਣ ਵੀ ਜਾਂਦੀ ਰਹੀ ਹੁਣ ਹੱਥੋਂ। ਅਖੀਰ ਥੰਮ ਦੇ ਨਾਲ ਬੰਨ ਕੇ ਆਖਿਆ ਵੀ ਜਿਹੜਾ ਹੁਣ ਤੇਰਾ ਸਿਰ ਸੀਸ ਜਿਹੜਾ ਧੜਾਂ ਨੂੰ ਵੱਖਰਾ ਕਰ ਦਿੱਤਾ ਜਾਵੇਗਾ। ਉਦੋਂ ਕਹਿੰਦੇ ਉਹਦੇ ਵਿੱਚੋਂ ਥੰਮ ਦੇ ਵਿੱਚੋਂ ਪ੍ਰਗਟ ਹੋਏ ਨਰ ਸਿੰਘ ਜੀ ਪਰਮੇਸ਼ਰ ਜੀ, ਤੇ ਉਹਨਾਂ ਨੇ ਇਹਦਾ ਜਿਹੜਾ ਸੀ ਵੱਧ ਕੀਤਾ ਸੀ, ਨੌਂਦਰਾਂ ਨਾਲ ਪਾੜਿਆ ਸੀ। ਏਦਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਇੱਕ ਇੱਕ ਪਲ ਦੇ ਵਿੱਚ ਉਹ ਪਰਮੇਸ਼ਰ ਜਿਹੜਾ ਹੈ ਆਪਣੇ ਸੇਵਕਾਂ ਨੂੰ ਰੱਖਦਾ ਹੈ, ਨਾਮ ਜਪਣ ਵਾਲਿਆਂ ਨੂੰ ਆਪਣਾ ਬਿਰਦ ਸੰਭਾਲੇ। ਕਹਿੰਦੇ ਉਹਦਾ ਮੁੱਢ ਕਦੀਮਾ ਦਾ ਸੁਭਾਅ ਆਏ, ਜੁਗਾਂ ਜਗੰਤਰਾਂ ਦਾ ਉਹਦਾ ਸੁਭਾਅ ਆ। ਕਦੇ ਔਖੀ ਘੜੀ ਨਹੀਂ ਵੇਖਣ ਦਿੰਦਾ ਆਪਣੇ ਸੇਵਕ ਨੂੰ, ਆਪਣੇ ਨਾਮ ਜਪਣ ਵਾਲਿਆਂ ਨੂੰ। ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿੱਖੋ ਉਸ ਪਰਮੇਸ਼ਰ ਨੂੰ ਅਰਾਧਿਆ ਕਰੋ, ਉਹਨੂੰ ਯਾਦ ਕਰਿਆ ਕਰੋ ਹਰ ਵੇਲੇ। ਕਹਿੰਦੇ ਭਾਈ ਉਹ ਪਰਮੇਸ਼ਰ ਤੁਹਾਡੀ ਰੱਖਿਆ ਕਰੇਗਾ। ਜਿਹੜੇ ਪ੍ਰਤੱਖ ਵੈਰੀ ਨੇ ਉਹਨਾਂ ਦੇ ਕੋਲੋਂ ਵੀ ਰੱਖਿਆ ਕਰੇਗਾ, ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਵੈਰੀ ਅੰਦਰ ਬੈਠੇ ਹੋਏ ਆ ਇਹਨਾਂ ਦੇ ਕੋਲੋਂ ਵੀ ਕਹਿੰਦੇ ਉਹ ਪਰਮੇਸ਼ਰ ਸਦਾ ਹੀ ਰੱਖਿਆ ਕਰੇਗਾ। ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਕਹਿੰਦੇ ਨੇ ਹੱਥ ਦੇ ਕੇ ਰੱਖਦਾ ਆਪਣੇ ਸੇਵਕਾਂ ਨੂੰ ਪਰਮੇਸ਼ਰ, ਆਪ ਕਿਰਪਾ ਕਰਦਾ, ਦਇਆ ਕਰਦਾ। ਸਾਸ ਸਾਸ ਪ੍ਰਤਿਪਾਲੇ, ਕਹਿੰਦੇ ਇੱਕ ਇੱਕ ਸਾਹ ਦੇ ਨਾਲ ਪ੍ਰਤਿਪਾਲਣਾ ਕਰਦਾ ਆਪਣੇ ਸੇਵਕਾਂ, ਆਪਣੇ ਸਿੱਖਾਂ ਦੀ, ਆਪਣੇ ਨਾਮ ਜਪਣ ਵਾਲਿਆਂ ਦੀ, ਸਾਧੂਆਂ ਦੀ, ਸੰਤਾਂ ਦੀ। ਸੰਤਨ ਦੁੱਖ ਪਾਏ ਤੇ ਦੁਖੀ, ਕਹਿੰਦੇ ਜੇ ਸੰਤਾਂ ਨੂੰ ਕੋਈ ਦੁਖੀ ਕਰਦਾ ਹੈ ਨਾ, ਸਾਧੂਆਂ ਨੂੰ ਦੁਖੀ ਕਰਦਾ, ਤੇ ਉਹ ਪਰਮੇਸ਼ਰ ਦੁਖੀ ਹੋ ਜਾਂਦਾ। ਆਪਣੇ ਸਾਧੂਆਂ ਦੇ ਉੱਪਰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਉਹ ਝੱਲ ਸਕਦਾ। ਕਿਸੇ ਰਾਜੇ ਨੇ ਨਾ ਸੰਤਾਂ ਨੂੰ ਬੇਨਤੀ ਕੀਤੀ ਵੀ ਸੰਤ ਜੀ, ਮੈਂ ਸੁਣਿਆ ਏ ਜਦੋਂ ਕਿਸੇ ਸੰਤ ਦੇ ਉੱਪਰ ਦੁੱਖ ਆਉਂਦਾ ਏ, ਕੋਈ ਮੁਸੀਬਤ ਆਉਂਦੀ ਆ, ਤੇ ਪਰਮੇਸ਼ਰ ਆਪ ਸੰਸਾਰ ਦੇ ਆ ਜਾਂਦਾ ਦੌੜ ਕੇ। ਰਾਜਾ ਕਹਿੰਦਾ ਵੀ ਸੰਤ ਜੀ ਉਹ ਪਰਮੇਸ਼ਰ ਦੇ ਕੋਲ 33 ਕਰੋੜ ਦੇਵਤੇ ਨੇ ਜਿਨ੍ਹਾਂ ਦੀ ਗਿਣਤੀ ਸਵਰਗਾਂ ਵਿੱਚ ਕੀਤੀ ਜਾਂਦੀ ਆ। ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ, ਕਿੰਨੇ ਦੇਵਤਿਆਂ ਦਾ ਉਹ ਮਾਲਕ ਆ। ਸਾਰੀ ਸ੍ਰਿਸ਼ਟੀ ਉਹਦੇ ਵਾਸ, ਉਹਦੇ ਹੇਠਾਂ ਚੱਲਦੀ ਆ। ਤੇ ਹੋਰ ਕਿਸੇ ਨੂੰ ਹੁਕਮ ਕਰ ਦਿਆ ਕਰੇ, ਆਪ ਕਾਹਤੋਂ ਆ ਜਾਂਦਾ ਸੰਸਾਰ ਤੇ? ਆਪ ਆਉਣ ਦੀ ਕੀ ਲੋੜ ਪਰਮੇਸ਼ਰ ਨੂੰ ਜਦੋਂ ਇੰਨੇ ਦੇਵਤੇ ਉਹਦੇ ਕੋਲ, ਦੇਵੀ ਦੇਵੀਆਂ ਨੇ। ਸੰਤ ਕਹਿੰਦੇ ਵੀ ਰਾਜਨ ਇਹਦਾ ਜਵਾਬ ਜ਼ਰੂਰ ਤੈਨੂੰ ਦਵਾਂਗੇ ਸਮਾਂ ਆਉਣ ਤੇ। ਅੱਜ ਸਮਾਂ ਆਇਆ, ਸੰਤ ਕਹਿਣ ਲੱਗੇ ਨੇ ਰਾਜੇ ਨੂੰ ਵੀ ਰਾਜਨ ਅੱਜ ਚਿੱਤ ਕਰਦਾ ਏ ਵੀ ਆਪਾਂ ਸੈਰ ਕਰਨ ਜਾਈਏ, ਕਿਸੇ ਨਦੀ ਤੇ ਕੰਢੇ ਤੇ ਸੈਰ ਕਰਨ ਵਾਸਤੇ ਜਾਣਾ ਚਾਹੀਦਾ। ਸੰਤਾਂ ਦੇ ਬਚਨ ਸੁਣ ਕੇ ਰਾਜੇ ਨੇ ਕਿਹਾ ਠੀਕ ਆ ਜੀ, ਚਲੇ ਜਾਂਦੇ ਆ। ਰਾਜਾ ਆਪਣੀਆਂ ਫੌਜਾਂ ਨੂੰ ਨਾਲ ਲੈ ਕਰਕੇ ਤੇ ਸੰਤਾਂ ਦੇ ਨਾਲ ਚਲਾ ਗਿਆ ਸੈਰ ਕਰਨ ਵਾਸਤੇ ਨਦੀ ਦੇ ਕਿਨਾਰੇ ਤੇ, ਕੰਢੇ ਤੇ। ਜਦੋਂ ਨਦੀ ਕੁਝ ਕੁ ਦੂਰੀ ਤੇ ਰਹਿ ਗਈ ਤੇ ਸੰਤ ਆਖਣ ਲੱਗੇ ਰਾਜੇ ਨੂੰ ਵੀ ਰਾਜਨ ਜਿਹੜਾ ਤੇਰਾ ਭੁਜੰਗੀ ਆ ਨਾ, ਤੇਰਾ ਜਿਹੜਾ ਪੁੱਤਰ ਆ ਨਾ, ਲਿਆ ਅਸੀਂ ਚੁੱਕ ਲਈਏ।
ਰਾਜਾ ਬੜਾ ਖੁਸ਼ ਹੋਇਆ ਵੀ ਚਲੋ ਸੰਤ ਜਿਹੜੇ ਆ ਮੇਰੇ ਪੁੱਤਰ ਨੂੰ ਚੁੱਕਣ ਲੱਗੇ ਨੇ, ਚੰਗੇ ਭਾਗ ਆ ਮੇਰੇ ਪੁੱਤਰ ਦੇ। ਇਦਾਂ ਕਹਿ ਕਰਕੇ ਤੇ ਨਦੀ ਤੋਂ ਕੁਝ ਕੁ ਦੂਰੀ ਤੇ ਉਹ ਰਾਜਾ ਤੇ ਉਹਦੀਆਂ ਫੌਜਾਂ ਬੈਠ ਗਏ। ਸੰਤ ਬਹਾਨੇ ਨਾ ਉਹ ਪੁੱਤਰ ਉਹਦੇ ਨੂੰ ਚੁੱਕ ਕੇ ਤੇ ਨਦੀ ਦੇ ਕੰਢੇ ਜੇ ਤੇ ਆ ਗਏ। ਜਦੋਂ ਕੰਢੇ ਤੇ ਆਏ ਨਾ ਤੇ ਕਹਿੰਦੇ ਸੰਤਾਂ ਨੇ ਉਹਦਾ ਜਿਹੜਾ ਪੁੱਤਰ ਸੀ ਨਾ ਰਾਜੇ ਦਾ, ਉਹਨੂੰ ਜਾਣ ਬੁੱਝ ਕੇ ਰਾਜੇ ਨੂੰ ਵਿਖਾ ਕੇ ਤੇ ਉਹ ਨਦੀ ਦਾ ਜਿਹੜਾ ਕੰਢਾ ਸੀ ਨਾ, ਉਹ ਕੰਢੇ ਦੇ ਉੱਪਰ ਜਿਹੜਾ ਪਾਣੀ ਵਗਦਾ ਸੀ ਉਹ ਪਾਣੀ ਦੇ ਵਿੱਚ ਬਿਠਾ ਦਿੱਤਾ, ਰੱਖ ਦਿੱਤਾ। ਤੇ ਰਾਜੇ ਨੂੰ ਇਉਂ ਮਹਿਸੂਸ ਹੋਇਆ ਵੀ ਸੰਤਾਂ ਨੇ ਮੇਰੇ ਪੁੱਤਰ ਨੂੰ ਪਾਣੀ 'ਚ ਸੁੱਟ ਦਿੱਤਾ, ਵਗਾ ਦਿੱਤਾ ਤੇ ਮੇਰਾ ਪੁੱਤਰ ਗੋਤੇ ਲੈ ਕੇ ਮਰ ਜਾਊਗਾ। ਕਹਿੰਦੇ ਰਾਜਾ ਜਿਹੜਾ ਸੀ ਦੌੜਿਆ ਹੋਇਆ ਆਇਆ, ਆ ਕਰਕੇ ਤੇ ਸਿੱਧੇ ਆਉਂਦਿਆਂ ਹੀ ਛਾਲ ਮਾਰ ਦਿੱਤੀ ਉਸ ਨਦੀ ਦੇ ਵਿੱਚ। ਛਾਲ ਮਾਰ ਕੇ ਤੇ ਪੁੱਤਰ ਨੂੰ ਕੱਢ ਕੇ ਤੇ ਬਾਹਰ ਸੰਤਾਂ ਨੂੰ ਕਹਿੰਦਾ ਵੀ ਸੰਤ ਜੀ ਤੁਸੀਂ ਪੁੱਤਰ ਕਾਹਨੂੰ ਸੁੱਟ ਦਿੱਤਾ ਮੇਰਾ? ਸੰਤ ਹੱਸਣ ਲੱਗ ਪਏ, ਮੁਸਕਰਾਉਣ ਲੱਗ ਪਏ। ਰਾਜਾ ਕਹਿੰਦਾ ਸੰਤ ਜੀ ਮੈਂ ਜਾਣਿਆ ਨਹੀਂ ਕੁਝ ਵੀ ਕਾਹਦੇ ਵਾਸਤੇ ਮੁਸਕਰਾਉਣ ਲੱਗ ਪਏ ਤੁਸੀਂ? ਸੰਤ ਕਹਿੰਦੇ ਨੇ ਵੀ ਰਾਜਨ ਤੇਰੇ ਕੋਲ ਇੰਨੀਆਂ ਫੌਜਾਂ ਵੇ, ਇੰਨੇ ਅਹਿਲਕਾਰ ਆ, ਤੇ ਜਦੋਂ ਤੇਰੇ ਪੁੱਤਰ ਨੂੰ ਅਸੀਂ ਨਦੀ ਦੇ ਕੰਢੇ ਦੇ ਬਿਠਾ ਦਿੱਤਾ ਸੀ ਪਾਣੀ ਦੇ ਵਿੱਚ, ਤੂੰ ਆਪ ਕਾਹਤੋਂ ਆ ਗਿਆ? ਸੰਤ ਕਹਿਣ ਲੱਗੇ ਆਪਣੀਆਂ ਫੌਜਾਂ ਨੂੰ, ਅਹਿਲਕਾਰਾਂ ਨੂੰ, ਵਜ਼ੀਰਾਂ ਨੂੰ ਹੁਕਮ ਕਰ ਦੇਣੋ। ਰਾਜਾ ਕਹਿੰਦਾ ਸੰਤ ਜੀ ਜਦੋਂ ਮੈਂ ਆਪਣੇ ਪੁੱਤਰ ਨੂੰ ਵੇਖਿਆ ਨਾ, ਤੁਸੀਂ ਤੇ ਭਾਵੇਂ ਸਹਿਜ ਸੁਭਾਅ ਹੀ ਰੱਖਿਆ ਸੀ, ਮੈਂ ਇੱਕਦਮ ਮੈਨੂੰ ਇਉਂ ਮਹਿਸੂਸ ਹੋਇਆ ਵੀ ਪਾਣੀ 'ਚ ਰੁੜ ਚੱਲਿਆ ਮੇਰਾ ਪੁੱਤਰ। ਮੈਂ ਦੌੜਿਆ ਹੋਇਆ ਇਸ ਕਰਕੇ ਆਇਆ ਸੀ ਕਿਉਂਕਿ ਮੇਰਾ ਮੋਹ ਬੜਾ ਹੈ ਆਪਣੇ ਪੁੱਤਰ ਦੇ ਨਾਲ। ਕੇਵਲ ਮੈਨੂੰ ਆਪਣਾ ਪੋਤੀ ਉਸ ਸਮੇਂ ਦੀਦਾ ਸੀ, ਮੈਨੂੰ ਹੋਰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ, ਇਸ ਕਰਕੇ ਮੈਨੂੰ ਫੌਜਾਂ ਨਜ਼ਰ ਹੀ ਨਹੀਂ ਆਈਆਂ। ਦੌੜਿਆ ਹੋਇਆ ਮੈਂ ਆਪਣੇ ਪੁੱਤਰ ਵੱਲ ਨੂੰ ਭੱਜਾ ਆਇਆ। ਤੇ ਸੰਤ ਹੱਸਣ ਲੱਗ ਪਏ ਉੱਚੀ ਉੱਚੀ। ਰਾਜਾ ਕਹਿੰਦਾ ਸੰਤ ਜੀ ਹੁਣ ਕਿਉਂ ਹੱਸੇ ਜੋ? ਸੰਤ ਕਹਿਣ ਲੱਗੇ ਨੇ ਰਾਜਨ ਬਾਸੇ ਤੇਰੇ ਸਵਾਲ ਦਾ ਜਵਾਬ ਹੀ ਆ। ਤੂੰ ਕਿਹਾ ਸੀ ਨਾ ਵੀ ਜਦੋਂ ਸੰਤਾਂ ਨੂੰ, ਸਾਧੂਆਂ ਨੂੰ ਕੋਈ ਮੁਸੀਬਤ ਆਉਂਦੀ, ਕੋਈ ਦੁੱਖ ਆਉਂਦਾ ਤੇ ਰੱਬ ਦੇ ਕੋਲ ਇੰਨੀਆਂ ਫੌਜਾਂ ਨੇ, ਆਪ ਕਾ ਤੂੰ ਆ ਜਾਂਦਾ? ਬਸ ਇਹੋ ਹੀ ਕਹਿੰਦੇ ਨੇ ਹਿਸਾਬ ਪਰਮੇਸ਼ਰ ਦਾ ਆ। ਜਦੋਂ ਉਹਦੇ ਨਾਮ ਜਪਣ ਵਾਲੇ ਤੇ ਕੋਈ ਦੁੱਖ ਆਉਂਦਾ ਤੇ ਰੱਬ ਨੂੰ ਫਿਰ ਕਹਿੰਦੇ ਦੇਵੀ ਦੇਵਤੇ ਭੁੱਲ ਹੀ ਜਾਂਦੇ ਵੀ ਮੇਰੇ ਕੋਲ ਬੈਠੇ ਆ, ਆਪ ਦੌੜ ਕਰਕੇ ਸੰਸਾਰ ਦੇ ਆ ਜਾਂਦਾ। ਬਸ ਇਸੇ ਤਰੀਕੇ ਦੇ ਨਾਲ ਜਿੱਦਾਂ ਤੂੰ ਆਪਣੇ ਪੁੱਤਰ ਨੂੰ ਬਚਾਉਣ ਵਾਸਤੇ ਆ ਗਿਆ ਸੀ। ਏਦਾਂ ਕਹਿੰਦੇ ਰੱਬ ਇੱਕ ਇੱਕ ਸਾਹ ਦੇ ਨਾਲ ਆਪਣੇ ਸੇਵਕਾਂ ਦੀ, ਆਪਣੇ ਨਾਮ ਜਪਣ ਵਾਲਿਆਂ ਦੀ, ਆਪਣੇ ਸਾਧੂਆਂ ਦੀ ਪ੍ਰਤੀਪਾਲਨਾ ਕਰਦਾ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤੀਪਾਲੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੇਖ ਲਓ ਸਿੱਖੋ, ਨਾਮ ਜਪਣ ਵਾਲਿਆਂ ਦਾ ਏਡਾ ਮਾਣ, ਏਡਾ ਸਤਿਕਾਰ ਹੁੰਦਾ। ਨਾਮ ਜਪਣ ਵਾਲਿਆਂ ਨੂੰ ਨਾ ਕੋਈ ਦੁੱਖ ਆਉਂਦਾ, ਨਾ ਕੋਈ ਮੁਸੀਬਤ ਆਉਂਦੀ ਆ, ਤੇ ਨਾ ਜਾਵੇਂ ਕਹਿੰਦੇ ਆ ਕਰਕੇ ਉਹਨਾਂ ਨੂੰ ਕੋਈ ਸਜ਼ਾ ਦੇ ਸਕਦੇ ਆ। ਆਪਣੇ ਬਣਾ ਕਰਕੇ ਤੇ ਹੱਥ ਦੇ ਕੇ ਕਹਿੰਦੇ ਰੱਖਦਾ ਪਰਮੇਸ਼ਰ। ਸਾਸ ਸਾਸ ਪ੍ਰਤੀਪਾਲੇ, ਇੱਕ ਇੱਕ ਸਾਹ ਦੇ ਨਾਲ ਪ੍ਰਤੀਪਾਲਨਾ ਕਰਦਾ ਹੈ। ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ। ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਉਸ ਪ੍ਰਭੂ ਦੇ ਨਾਲ, ਐਸੇ ਮਾਲਕ ਦੇ ਨਾਲ, ਐਸੇ ਗਰੀਬ ਨਿਵਾਜ ਦੇ ਨਾਲ ਸਾਡਾ ਸਦਾ ਹੀ ਚਿੱਤ ਲੱਗਾ ਰਹਿੰਦਾ। ਕਹਿੰਦੇ ਉਹਦੇ ਚਰਨਾਂ ਕਮਲਾਂ ਦੇ ਅਸੀਂ ਸਦਾ ਹੀ ਭੌਰੇ ਬਣੇ ਰਹਿੰਦੇ ਹਾਂ। ਕਹਿੰਦੇ ਸਿੱਖੋ ਤੁਸੀਂ ਵੀ ਬੇਨਤੀ ਕਰਿਆ ਕਰੋ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਤੁਹਾਡੇ ਚਰਨਾਂ ਦੇ ਨਾਲ ਜਿਹੜਾ ਏ ਸਾਡੀ ਪ੍ਰੀਤ ਜਿਹੜੀ ਆ ਉਹ ਲੱਗ ਜਾਵੇ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਆਦ ਦੇ ਵਿੱਚ ਦੁਨੀਆ, ਆਦ ਦੇ ਅੰਤ, ਆਦ ਦੇ ਵਿੱਚ ਵੀ ਤੇ ਅੰਤ ਦੇ ਵਿੱਚ ਵੀ ਉਹ ਪਰਮੇਸ਼ਰ ਅਕਾਲ ਪੁਰਖ ਸਦਾ ਹੀ ਸਹਾਈ ਹੁੰਦਾ। ਧਨ ਹਮਾਰਾ ਮੀਤ, ਉਹ ਜਿਹੜਾ ਮਿੱਤਰ ਆ ਨਾ, ਕਹਿੰਦੇ ਸਾਡਾ ਉਹ ਧਨਤਾ ਦੇ ਜੋਗ ਆ। ਹੁਣ ਤਿੰਨ ਪ੍ਰਕਾਰ ਦੇ ਮਿੱਤਰ ਹੁੰਦੇ ਨੇ, ਇੱਕ ਜੀਵ ਦੇ, ਇੱਕ ਮਨੁੱਖ ਦੇ। ਇੱਕ ਹੁੰਦੀ ਮਾਇਆ, ਇਹ ਮਿੱਤਰਤਾ ਹੀ ਨਿਭਾਉਂਦੀ ਆ। ਇੱਕ ਹੁੰਦੇ ਰਿਸ਼ਤੇਦਾਰ, ਇਹ ਮਿੱਤਰ ਹੁੰਦੇ। ਤੇ ਤੀਜੇ ਮਿੱਤਰ ਨੇ ਕਰਮ। ਜਿਹੜੀ ਮਾਇਆ ਹੈ ਨਾ, ਇਹ ਉਦੋਂ ਤੱਕ ਮਿੱਤਰਤਾ ਹੀ ਨਿਭਾਉਂਦੀ ਗੁਰਸੰਗਤ ਜੀ ਜਦੋਂ ਤੱਕ ਸਾਡੇ ਅੰਦਰ ਸਾਹ ਚੱਲਦੇ ਨੇ, ਜਦੋਂ ਤੱਕ ਸਵਾਸ ਚੱਲਦੇ ਨੇ। ਤੇ ਜਦੋਂ ਸਾਹ ਖਤਮ ਹੋ ਗਏ, ਸਵਾਸ ਖਤਮ ਹੋ ਗਏ,
ਖਸਮ ਮਾਰੈ ਤਾਂ ਨਾਰ ਨਾ ਰੋਵੈ। ਮਹਾਰਾਜ ਕਹਿੰਦੇ ਜਿਹੜੀ ਮਾਇਆ ਨੂੰ ਇਸਤਰੀ ਦੇ ਵਾਂਗ ਪੂਜਿਆ ਕਰਦਾ ਸੀ ਨਾ, ਬੜਾ ਮਾਣ ਸਤਿਕਾਰ ਦੇ ਦੇ ਕੇ ਸਾਂਭ ਸਾਂਭ ਕੇ ਰੱਖਦਾ ਸੀ, ਮਾਇਆ ਘਰ ਵਿੱਚ ਆਈ ਰੱਬ ਨੂੰ ਭੁੱਲ ਗਿਆ। ਬੇਨਤੀ ਕਰੀਏ, ਮਾਇਆ ਕਮਾਉਣੀ ਗੁਰ ਸੰਗਤ ਜੀ ਮਾੜੀ ਨਹੀਂ। ਜੇ ਮਾਇਆ ਕਮਾਉਣੀ ਮਾੜੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਲੋੜ ਸੀ ਫਿਰ ਮੋਦੀਖਾਨਾ ਚਲਾਉਣ ਦੀ। ਜੇ ਮਾਇਆ ਕਮਾਉਣੀ ਮਾੜੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਹਾਲ ਵਾਹੁਣ ਦੀ ਕੀ ਲੋੜ ਸੀ। ਮਾਇਆ ਕਮਾਉਣੀ ਮਾੜੀ ਨਹੀਂ। ਮਾਇਆ ਮਾੜੀ ਉਦੋਂ ਹੋ ਜਾਂਦੀ ਆ ਜਦੋਂ ਮਾਇਆ ਆਉਣ ਦੇ ਨਾਲ ਰੱਬ ਭੁੱਲ ਜਾਂਦਾ ਏ। ਚੰਗਾ ਅਹੁਦਾ ਮਿਲ ਗਿਆ, ਚੰਗੀ ਨੌਕਰੀ ਮਿਲ ਗਈ, ਚੰਗਾ ਕਾਰੋਬਾਰ ਹੋ ਗਿਆ ਤੇ ਅੱਜ ਰੱਬ ਨੂੰ ਭੁੱਲ ਗਿਆ। ਅੱਗੇ ਯਾਦ ਕਰਿਆ ਕਰਦਾ ਸੀ, ਉਹ ਵੀ ਇੱਕ ਮਾਇਆ ਏ। ਕੋਠੀਆਂ ਕਾਰਾਂ ਚੰਗੀਆਂ ਲੈ ਆਂਦੀਆਂ ਤੇ ਰੱਬ ਭੁੱਲ ਗਿਆ। ਮਹਿਲਾਂ ਵਿੱਚ ਆ ਕੇ ਮਲਮਲ ਸੇਜਾਂ ਤੇ ਬਹਿ ਕੇ, ਉਹ ਵੀ ਮਾਇਆ ਏ। ਤੇ ਮਹਾਰਾਜ ਕਹਿੰਦੇ ਆ ਜਿਹੜੀ ਪ੍ਰਤੱਖ ਮਾਇਆ ਏ ਨਾ, ਖਸਮ ਮਾਰੈ ਤਾਂ ਨਾਰ ਨਾ ਰੋਵੈ। ਕਹਿੰਦੇ ਬੜਾ ਇਹਦਾ ਮਾਣ ਸਤਿਕਾਰ ਕਰਦਾ ਏ ਨਾ, ਰੱਬ ਨਾਲੋਂ ਵੀ ਪਹਿਲਾਂ ਇਹਨੂੰ ਪੂਜਦਾ ਏ। ਕਹਿੰਦੇ ਜਿੱਦਣ ਤੂੰ ਚੜ੍ਹਾਈ ਕਰ ਗਿਆ, ਜਿੱਦਣ ਸਵਾਸ ਖਤਮ ਹੋ ਗਏ ਤੇਰੇ, ਤਾਂ ਨਾਰ ਨਾ ਰੋਵੈ। ਇਹ ਤੇਰੀ ਨਾਰ ਨੇ, ਤੇਰੀ ਮਾਇਆ ਨੇ, ਤੈਨੂੰ ਰੋਣਾ ਨਹੀਂ ਬਾਅਦ ਵਿੱਚ। ਉਸ ਰਖਵਾਰਾ ਔਰ ਹੋਵੇ ਉਹਦਾ ਰਖਵਾਲਾ। ਤੇ ਕਹਿੰਦੇ ਭਾਈ ਹੋਰ ਕਿਸੇ ਨੇ ਬਣ ਜਾਣਾ ਆ। ਵੰਡੀਆਂ ਕਹਿੰਦੇ ਪਹਿਲਾਂ ਪੈਣੀਆਂ ਏ ਤੇ ਸੰਸਕਾਰ ਤੇਰਾ ਮਗਰੋਂ ਹੋਣਾ। ਹਿਸਾਬ ਲਾ ਲਾ ਤੂੰ ਅੱਜ ਇਸ ਮਾਇਆ ਕਰਕੇ ਰੱਬ ਨੂੰ ਭੁਲਾਈ ਬੈਠਾ ਏ, ਉਸ ਰੱਬ ਨੂੰ ਜਿਹਨੇ ਤੇਰੀ ਹਰ ਵੇਲੇ ਰੱਖਿਆ ਕਰਨੀ ਆ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਮਹਾਰਾਜ ਕਹਿੰਦੇ ਜਿੱਥੇ ਨਾ ਮਾਂ ਹੋਣਾ, ਨਾ ਪਿਤਾ ਹੋਣਾ, ਨਾ ਪੁੱਤਰ ਹੋਣਾ, ਨਾ ਮਿੱਤਰ ਹੋਣਾ, ਨਾ ਭਰਾ ਹੋਣਾ ਪਰਲੋਕ ਦੇ ਵਿੱਚ, ਜਦੋਂ ਜੀਵ ਨੂੰ ਲੈ ਜਾਂਦੇ ਨਾ ਉੱਥੇ ਮਾਂ ਹੋਣੀ ਨਾ ਪਿਤਾ ਹੋਣਾ, ਕੋਈ ਨਹੀਂ ਹੋਣਾ। ਇੱਥੇ ਤੇ ਦੁੱਖ ਆਇਆ ਤੇ ਝੱਟ ਲੈ ਭੱਜਦੇ ਆ ਨਾ ਮਾਂ ਬਾਪ। ਜਦੋਂ ਜੰਮ ਲੈ ਗਏ ਉਹਦੇ ਨਾਲ ਕਿਸੇ ਨੇ ਨਹੀਂ ਹੋਣਾ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਤੇ ਤਾਕਤ ਹੋਊਗੀ ਜਿਹੜੀ ਉੱਥੇ ਬਚਾਊਗੀ ਸਾਨੂੰ, ਕੋਈ ਤੇ ਤਾਕਤ ਹੋਵੇਗੀ ਜਿਹੜੀ ਪਹਿਚਾਣ ਸਕੇਗੀ ਸਾਨੂੰ। ਮਹਾਰਾਜ ਕਹਿੰਦੇ ਇੱਕ ਤਾਕਤ ਆ ਜਿਹੜੀ ਤੈਨੂੰ ਭਾਈ ਤੁਹਾਨੂੰ ਪਹਿਚਾਣ ਸਕੇਗੀ। ਮਹਾਰਾਜ ਕਿਹੜੀ ਉਹ? ਕਹਿੰਦੇ ਮਨ ਊਹਾ ਨਾਮ ਤੇਰਾ ਸੰਗ ਸਹਾਈ। ਐ ਮਨਾ ਉੱਥੇ ਨਾਮ ਨੇ ਤੇਰਾ ਸੰਗੀ, ਤੇਰਾ ਸਹਾਈ ਹੋਣਾ ਹੀ, ਤੇਰੀ ਸਹਾਇਤਾ ਨਾਮ ਨੇ ਕਰਨੀ, ਹੋਰ ਕਿਸੇ ਦੇ ਕੋਲੋਂ ਵੀ ਛਡਾਇਆ ਨਹੀਂ ਜਾਣਾ। ਤੇ ਡਾਂਗ ਕਹਿੰਦੇ ਰੀਝ ਨਾ ਵਾਹੁਣੀ ਵੇ ਜਵਾਂ ਨੇ ਜਦੋਂ ਨਾਮ ਨਾ ਜਪਿਆ ਹੋਇਆ ਤੇ। ਤਾਂ ਇਦਾਂ ਜਿਹੜੀ ਮਾਇਆ ਹੈ ਨਾ, ਉਦੋਂ ਤੱਕ ਸਾਡੇ ਨਾਲ ਮਿੱਤਰਤਾ ਹੀ ਨਿਭਾਉਂਦੀ ਆ ਜਦੋਂ ਤੱਕ ਸਾਡੇ ਅੰਦਰ ਸਾਹ ਚੱਲਦੇ ਨੇ। ਜਦੋਂ ਸਵਾਸ ਖਤਮ ਹੋ ਗਏ ਉਦੋਂ ਕਹਿੰਦੇ ਨੇ, ਘਰ ਵਾਲੇ ਵੀ ਕਹਿੰਦੇ ਹੁੰਦੇ ਨਾ, ਛੇਤੀ ਕਰੋ ਭਾਈ ਸੰਸਕਾਰ ਦਾ ਸਮਾਂ ਹੋ ਗਿਆ। ਜਿਹੜੇ ਘਰ ਨੂੰ ਸਾਰੀ ਉਮਰ ਭੱਜਦਾ ਰਿਹਾ, ਸਾਰੀ ਉਮਰ ਜਿਹੜੇ ਘਰ ਦਾ ਮੋਹ ਕਰਦਾ ਰਿਹਾ, ਅੱਜ ਉਸ ਘਰ ਦੇ ਵਿੱਚ ਇੱਕ ਦਿਨ ਵਾਸਤੇ ਵੀ ਨਹੀਂ ਰਹਿਣ ਦਿੱਤਾ। ਤੈਨੂੰ ਵੇਖ ਲਾ ਭਾਈ, ਰੱਬ ਨੂੰ ਛੱਡ ਕੇ ਭੱਜਦਾ ਸੀ ਨਾ, ਮੈਂ ਉਸ ਘਰ ਜਾਣਾ, ਉਸ ਘਰ ਪਹੁੰਚਣਾ, ਉਸ ਘਰ ਦੇ ਵਿੱਚ ਰਹਿਣ ਨਹੀਂ ਦਿੱਤਾ ਤੇਰੀ ਜਿਹੜਾ ਮਿਰਤਕ ਸਰੀਰ ਉਹਨੂੰ। ਇਹ ਮਾਇਆ ਨੇ ਇੱਥੋਂ ਤੱਕ ਮਿੱਤਰਤਾ ਹੀ ਨਿਭਾਈ। ਦੂਜੇ ਮਿੱਤਰ ਨੇ ਮਹਾਰਾਜ ਕਹਿੰਦੇ ਰਿਸ਼ਤੇਦਾਰ, ਭੈਣ ਭਰਾ। ਰਿਸ਼ਤੇਦਾਰ ਉਦੋਂ ਤੱਕ ਮਿੱਤਰਤਾ ਹੀ ਨਿਭਾਉਂਦੇ ਆ ਜਦੋਂ ਤੱਕ ਸਾਡਾ ਸੰਸਕਾਰ ਨਹੀਂ ਹੋ ਜਾਂਦਾ। ਜਦੋਂ ਸੰਸਕਾਰ ਹੋ ਗਿਆ, ਹੁਣ ਤਾਂ ਪਤਾ ਨਹੀਂ ਉਹ ਰੀਤ ਹੈਗੀ ਕਿ ਨਹੀਂ। ਪਹਿਲਾਂ ਇੱਕ ਰੀਤ ਹੁੰਦੀ ਸੀ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣਾ ਆ ਵੀ ਜਦੋਂ ਸੰਸਕਾਰ ਹੁੰਦਾ ਸੀ ਪੁਰਾਣੀ ਦਾ, ਉਹ ਤੇ ਇੱਕ ਤੀਲਾ ਤੋੜ ਦਿੰਦੇ ਹੁੰਦੇ ਸੀ ਪੁਰਾਣੇ ਬਜ਼ੁਰਗ। ਉਹ ਤੀਲਾ ਤੋੜ ਕੇ ਤੇ ਇੱਕ ਸ਼ਬਦ ਵਰਤਦੇ ਹੁੰਦੇ ਸੀ, ਜਤਰ ਆਇਆ ਤਤਰ ਗਛਦੀ। ਵੀ ਇਹ ਜੀਵ ਜਿੱਧਰੋਂ ਆਇਆ ਏ ਤਤਰ ਗਛਦੀ, ਹੁਣ ਉਧਰ ਹੀ ਚਲਿਆ ਜਾਈ, ਦੁਬਾਰਾ ਨਾ ਘਰੇ ਆ ਕੇ ਚਿੰਬੜਦਾ ਫਿਰੇ। ਜਿਸ ਪਰਿਵਾਰ ਵਾਸਤੇ ਮਹਾਰਾਜ ਕਹਿੰਦੇ ਸਾਰੀ ਉਮਰ ਠੱਗੀਆਂ ਠੋਰੀਆਂ ਮਾਰਦਾ ਰਿਹਾ, ਅੱਜ ਉਸੇ ਪਰਿਵਾਰ ਨੇ ਬਗਾਨਾ ਕਰ ਦਿੱਤਾ। ਤੈਨੂੰ ਵੇਖ ਲਾ, ਅੱਜ ਉਸੇ ਪਰਿਵਾਰ ਦੇ ਜੀ ਕਹਿੰਦੇ ਆ ਵੀ ਜਦੋਂ ਆਇਆ ਸੀ ਉਧਰ ਚਲਾ ਜਾਈ, ਹੁਣ ਵਾਪਸ ਨਾ ਘਰੇ ਆਈ। ਇੱਥੋਂ ਤੱਕ ਮਹਾਰਾਜ ਕਹਿੰਦੇ ਰਿਸ਼ਤੇਦਾਰ, ਭੈਣ ਭਰਾ ਮਿੱਤਰਤਾ ਹੀ ਨਿਭਾਉਂਦੇ ਆ। ਇਹ ਨਹੀਂ ਵੀ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਛੱਡ ਦੇਣਾ, ਨਹੀਂ ਛੱਡਣਾ ਨਹੀਂ, ਉਹਨਾਂ ਵਿੱਚ ਰਹਿੰਦਿਆਂ ਤੇ ਯਾਦ ਕਰਨਾ ਰੱਬ ਨੂੰ। ਉਹਨਾਂ ਕਰਕੇ ਰੱਬ ਨੂੰ ਨਾ ਭੁਲਾ। ਤੀਜੇ ਮਹਾਰਾਜ ਕਹਿੰਦੇ ਮਿੱਤਰ ਨੇ ਕਰਮ। ਕਰਮ ਜਿਹੜੇ ਨੇ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਤੁਹਾਡੀ ਸਹਾਇਤਾ ਕਰਨਗੇ। ਜੇ ਨਾਮ ਜਪਿਆ ਏ, ਸੇਵਾ ਕੀਤੀ ਆ, ਸਿਮਰਨ ਕੀਤਾ ਏ, ਤੇ ਇਸ ਲੋਕ ਦੇ ਵਿੱਚ ਵੀ ਸਹਾਇਤਾ ਕਰੇਗਾ ਨਾਮ, ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰੇਗਾ। ਕਰਮ ਜਿਹੜੇ ਨੇ, ਚੰਗੇ ਕਰਮ ਜਿਹੜੇ ਨੇ, ਨਾਮ ਸਿਮਰਨ ਸਦਾ ਹੀ ਕਹਿੰਦੇ ਸਹਾਈ ਹੁੰਦਾ।
ਤੇ ਪਰਮੇਸ਼ਰ ਦਾ ਨਾਮ ਤੇ ਪਰਮੇਸ਼ਰ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ, ਬਾਕੀ ਕਹਿੰਦੇ ਸਾਰੇ ਮਿੱਤਰ ਛੱਡ ਜਾਂਦੇ ਨੇ, ਪਰ ਜਿਹੜਾ ਪਰਮੇਸ਼ਰ ਆ ਉਹ ਤੇ ਪਰਮੇਸ਼ਰ ਦਾ ਸੇਵਾ ਸਿਮਰਨ ਐਸੇ ਮਿੱਤਰ ਨੇ ਆਦ ਅੰਤ ਪ੍ਰਭ ਸਦਾ ਸਹਾਈ, ਆਦ ਦੇ ਵਿੱਚ ਤੇ ਅੰਤ ਦੇ ਵਿੱਚ ਸਦਾ ਹੀ ਉਹ ਸਹਾਈ ਹੁੰਦਾ। ਧੰਨ ਹਮਾਰਾ ਮੀਤ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਐਸਾ ਜਿਹੜਾ ਸਾਡਾ ਮਿੱਤਰ ਆ ਨਾ ਉਹ ਧੰਨ ਆ ਭਾਈ, ਅਸੀਂ ਸਦਾ ਹੀ ਆਪਣੇ ਐਸੇ ਮਿੱਤਰ ਤੋਂ ਕੁਰਬਾਨ ਬਲਿਹਾਰ ਜਾਂਦੇ ਆ, ਜਿਹਨੇ ਸਲੋਕ ਵਿੱਚ ਵੀ ਸਾਡੀ ਰੱਖਿਆ ਕੀਤੀ ਤੇ ਪਰਲੋਕ ਵਿੱਚ ਵੀ ਕੀਤੀ ਤੇ ਜਮਾਂ ਤੋਂ ਵੀ ਸਾਨੂੰ ਬਚਾਇਆ ਹੈ। ਰਹਾਉ ਵਿਸ਼ਰਾਮ ਦੇ ਕਰਕੇ ਅੱਗੇ ਕਿਰਪਾ ਕਰਦੇ ਹਨ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਕਹਿੰਦੇ ਪਰਮੇਸ਼ਰ ਦੇ ਇਦਾਂ ਦੇ ਕੌਤਕ ਵੇਖੇ ਨਾ ਜਦੋਂ ਵੀ ਪਰਮੇਸ਼ਰ ਹਰ ਵੇਲੇ ਰੱਖਿਆ ਕਰਦਾ ਭਾਈ ਨਾਮ ਜਪਣ ਵਾਲੇ ਦੀ, ਹਰ ਵੇਲੇ ਪਰਮੇਸ਼ਰ ਆਪਣੇ ਨਾਮ ਜਪਣ ਵਾਲੇ ਦੇ ਸਿਰ ਤੇ ਹੱਥ ਰੱਖਦਾ ਏ, ਉਹਨੂੰ ਕਦੇ ਦੁੱਖ ਨਹੀਂ ਆਉਣ ਦਿੰਦਾ, ਕਦੇ ਮੁਸੀਬਤ ਨਹੀਂ ਆਉਣ ਦਿੰਦਾ। ਤੇ ਕਹਿੰਦੇ ਜਦੋਂ ਇਦਾਂ ਦੇ ਕੌਤਕ ਵੇਖੇ ਤੇ ਸਾਡੇ ਮਨ ਦੇ ਵਿੱਚ ਕਹਿੰਦੇ ਬੜਾ ਚਾਅ ਚੜ੍ਹਦਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਮਹਾਰਾਜ ਕਹਿੰਦੇ ਉਹਦੇ ਪਰਮੇਸ਼ਰ ਦੇ ਜਿਹੜੇ ਸੇਵਕ ਹਨ ਉਹ ਹਰੀ ਨੂੰ ਸਿਮਰਦੇ ਰਹਿੰਦੇ ਹਨ, ਸਿਮਰਦੇ ਰਹਿੰਦੇ ਹਨ, ਮਨ ਕਰਕੇ ਵੀ ਸਿਮਰਦੇ ਨੇ, ਸਰੀਰ ਕਰਕੇ ਵੀ ਸਿਮਰਦੇ ਨੇ, ਬਾਣੀ ਕਰਕੇ ਵੀ ਸਿਮਰਦੇ ਨੇ। ਮਨ ਕਰਕੇ ਇਉਂ ਸਿਮਰਦੇ ਆ ਵੀ ਉਸ ਪਰਮੇਸ਼ਰ ਦਾ ਮਨ ਦੇ ਵਿੱਚ ਤੁਰੇ ਫਿਰਦੇ ਹੀ ਉਸ ਪਰਮੇਸ਼ਰ ਦਾ ਜਿਹੜਾ ਅਕਾਲ ਪੁਰਖ ਜੀ ਦਾ ਜਿਹੜਾ ਧਿਆਨ ਹੈ ਸਦਾ ਹੀ ਧਾਰਨ ਕਰਕੇ ਰੱਖਦੇ ਆ। ਤਨ ਕਰਕੇ ਇਦਾਂ ਸਿਮਰਦੇ ਆ ਵੀ ਹੱਥਾਂ ਨਾਲ ਸੇਵਾ ਕਰਦੇ ਆ, ਨਾਮਾ ਕਹਿ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਮ ਕਰ ਕਾਮ ਸਭ ਚੇਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰਦੇ ਨੇ, ਸੇਵਾ ਆਦਿਕ ਕਰਦੇ ਨੇ, ਚਿੱਤ ਨਿਰੰਜਨ ਨਾਲ ਜੋੜ ਕੇ ਰੱਖਦੇ ਨੇ। ਤੇ ਬਾਣੀ ਕਰਕੇ ਬੋਲਾਂ ਕਰਕੇ ਪਰਮੇਸ਼ਰ ਨੂੰ ਸਦਾ ਹੀ ਯਾਦ ਕਰਦੇ ਆ। ਤੇ ਇਦਾਂ ਸਿਮਰ ਸਿਮਰ ਕੇ ਕਹਿੰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਕਹਿੰਦੇ ਆਨੰਦ ਦੀ ਅਵਸਥਾ ਵਿੱਚ ਰਹਿੰਦੇ, ਫਿਰ ਸਦਾ ਹੀ ਆਨੰਦ ਉਹਨਾਂ ਨੂੰ ਰਹਿੰਦਾ ਹੈ। ਪਰਮੇਸ਼ਰ ਦੇ ਜਿਹੜੇ ਸੇਵਕ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਹਿੰਦੇ ਆਨੰਦ ਸਾਰੇ ਕਹੀ ਜਾਂਦੇ ਬੜਾ ਆਨੰਦ ਆ ਬੜਾ ਆਨੰਦ, ਕਹਿੰਦੇ ਆਨੰਦ ਗੁਰੂ ਤੋਂ ਹੀ ਪ੍ਰਾਪਤ ਹੋਣਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਹਿੰਦੇ ਸਤਿਗੁਰੂ ਨੂੰ ਮੈਂ ਪਾਲਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਹੁਣ ਆਨੰਦ ਆ ਗਿਆ, ਸਦੀਵੀ ਸੁਖ ਆ ਗਿਆ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਕਹਿੰਦੇ ਐਸਾ ਜਿਹੜਾ ਪ੍ਰਭੂ ਆ ਉਹ ਪੂਰਨ ਤੌਰ ਤੇ ਕਹਿੰਦੇ ਆਪਣੇ ਸੇਵਕ ਦੀ ਪੈਜ ਇੱਜ਼ਤ ਜਿਹੜੀ ਆ ਉਹ ਰੱਖਦਾ, ਇਸ ਲੋਕ ਵਿੱਚ ਵੀ ਰੱਖਦਾ ਏ ਤੇ ਪਰਲੋਕ ਵਿੱਚ ਵੀ ਰੱਖਦਾ। ਇਹੀ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਸਿੱਖੋ ਉਸ ਪਰਮੇਸ਼ਰ ਨੂੰ ਯਾਦ ਕਰਿਆ ਕਰੋ, ਥੋੜੇ ਤੋਂ ਥੋੜਾ ਸਮਾਂ ਕੱਢ ਕੇ ਵੀ ਯਾਦ ਕਰਿਆ ਕਰੋ। ਹੋ ਸਕਦਾ ਆ ਜਿਹੜੀ ਪ੍ਰਤੱਖ ਜ਼ਮੀਨ ਇਹਦੇ ਉੱਪਰ ਸੁੱਟਿਆ ਹੋਇਆ ਬੀਜ ਉੱਗੇ ਜਾਂ ਨਾ, ਪਰ ਸਰੀਰ ਦੀ ਜ਼ਮੀਨ ਵਿੱਚ ਜਿਹੜਾ ਨਾਮ ਰੂਪ ਬੀਜ ਬੀਜਾਂਗੇ ਇਹਨੇ ਉੱਗਣਾ ਹੀ ਉੱਗਣਾ, ਇਹਨੇ ਫਲੀਭੂਤ ਹੋਣਾ ਹੀ ਹੋਣਾ। ਤਾਂ ਮਹਾਰਾਜ ਕਹਿੰਦੇ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਵੀ ਭਾਈ ਉਹਨੂੰ ਯਾਦ ਕਰਿਆ ਕਰੋ, ਸਦਾ ਹੀ ਸੁਖੀ ਰਹੋਗੇ। ਪਰਲੋਕ ਦੇ ਵਿੱਚ ਪਰਮੇਸ਼ਰ ਬਾਂਹ ਫੜੇਗਾ। ਇਹ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਗੁਰ ਸੰਗਤ ਜੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਥਾ ਵਿਚਾਰ ਕਰਦਿਆਂ ਤੁਸ਼ ਬੁੱਧੀ ਅਨੁਸਾਰ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਣੀਆਂ। ਸੁਭਾਵਕ ਹਨ ਜੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੀ ਦੇ ਮਹਾਂਵਾਕਾਂ ਅਨੁਸਾਰ ਮੁਆਫੀ ਬਖਸ਼ ਦੇਣੀ ਜੀ, ਅਗਾਹਾਂ ਵਾਸਤੇ ਅਸੀਸ ਬਖਸ਼ਣੀ ਜੀ। ਆਓ ਦੋ ਪੰਕਤੀਆਂ ਪੜ੍ਹ ਕਰਕੇ ਇੱਥੇ ਹੀ ਸਮਾਪਤੀ ਹੈ ਜੀ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।